जीवना हर जीवना जीवन हर जप साध संग रहाओ। अनेक प्रकारी वस्त्र ओटाए अंदिन कीर्तन हर गुण गाए। हस्ती रथ अस असवारी हर का मार्ग हृदय निहारी। मन तन अंतर चरण त्याया हर सुख निधान नानक दास पाया। मन तन अंतर चरण त्याया हर सुख निधान नानक दास पाया। सतगुਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਿਰਪਾ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ 684 ਅੰਗ ਤੇ ਅੰਕਿਤ ਹੈ, ਸੁਭਾਇਮਾਨ ਹੈ। ਤਨਾਸਰੀ ਮਹਿਲਾ ਪੰਜਵਾਂ। ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ। ਸਤਿਗੁਰਾਂ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਨੂੰ ਰਾਗ ਤਨਾਸਰੀ ਵਿੱਚ ਉਚਾਰਨ ਕੀਤਾ ਹੈ, ਜੋ ਹਿਰਦੇ ਵਿੱਚ ਸ਼ਾਂਤ ਭਾਵ ਪੈਦਾ ਕਰਦਾ ਹੈ, ਖੁਸ਼ੀ ਦੀ ਉਮੰਗ ਪੈਦਾ ਕਰਦਾ ਹੈ। ਪੰਚਮ ਪਿਤਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਦਾ ਪੰਜਵਾਂ ਸਰੂਪ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਫਰਮਾਉਂਦੇ ਹਨ ਵੀ ਮਨ ਤ੍ਰਿਪਤ ਤਾਂ ਹੁੰਦਾ ਜੇ ਸੱਚਾ ਭੋਜਨ ਖਾਇਆ ਜਾਏ। ਉਹ ਸੱਚਾ ਭੋਜਨ ਕਿਹੜਾ ਭੋਜਨ ਹੈ? ਮਨ ਤਨ ਰਸਨਾ ਨਾਮ ਧਿਆਇਆ। ਆਪਣੇ ਮਨ ਨਾਲ, ਤਨ ਨਾਲ ਤੇ ਰਸਨਾ ਦੇ ਨਾਲ ਨਾਮ ਧਿਆਉਣਾ। ਤਿੰਨ ਪ੍ਰਕਾਰ ਦੇ ਨਾਮ, ਤਿੰਨ ਤਰੀਕਿਆਂ ਨਾਲ, ਤਿੰਨ ਢੰਗਾਂ ਦੇ ਨਾਲ ਨਾਮ ਜਪ ਸਕਦੇ ਹਾਂ ਅਸੀਂ। ਰਸਨਾ ਦੇ ਨਾਲ ਨਾਮ ਜਪਣਾ, ਜਿਹਦੇ ਨਾਲ ਸਰੀਰ ਦੇ ਵਿੱਚ ਜਿਹੜੀ ਵਾਈਬ੍ਰੇਸ਼ਨ, ਸਰੀਰ ਦੇ ਵਿੱਚ ਜਿਹੜੀ ਉਮੰਗ ਪੈਦਾ ਹੁੰਦੀ ਹੈ, ਉਹਦਾ ਬਹੁਤ ਫਾਇਦਾ। ਆਪ ਸਭ ਨੂੰ ਪਤਾ ਹੈ, ਜੇ ਪ੍ਰਸ਼ਾਦਾ ਛਕਿਆ ਜਾਏ ਤੇ ਬਾਅਦ ਦੇ ਵਿੱਚ ਸੈਰ ਨਾ ਕੀਤੀ ਜਾਏ, ਬਦ ਹਜ਼ਮੀ ਹੋ ਜਾਂਦੀ। ਸੋ ਤਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਵੀ ਨਾਮ ਸਿਮਰਨ ਕਰਕੇ ਸੇਵਾ ਜ਼ਰੂਰ ਕਰਨੀ। ਸੇਵਾ ਦੇ ਨਾਲ ਮਨ ਦਾ ਜਿਹੜਾ ਹੰਕਾਰ ਹੈ ਉਹ ਦੂਰ ਹੁੰਦਾ। ਮੈਂ ਇਤਿਹਾਸ ਦੇ ਪੰਨਿਆਂ ਨੂੰ ਖੋਜਦਾ ਸੀ, ਜਦੋਂ ਭਾਈ ਨੰਦ ਲਾਲ ਜੀ ਆਪਣੀ ਸੁਰੱਖਿਆ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਆਏ ਨੇ, ਤੇ ਮਹਾਰਾਜ ਨੇ ਸਿੱਧਾ ਉਹਨਾਂ ਨੂੰ ਕਵਿਤਾ ਪੜ੍ਹਨ ਦੀ ਜੋਬ ਨਹੀਂ ਦਿੱਤੀ ਵੀ ਤੂੰ ਕਵਿਤਾ ਪੜ੍ਹ, ਤੂੰ ਵੱਡਾ ਕਵੀ ਆ। ਭਾਈ ਨੰਦ ਲਾਲ ਜੀ ਨੂੰ ਕਿਹਾ ਵੀ ਤੂੰ ਭਾਂਡਿਆਂ ਦੀ ਸੇਵਾ ਕਰ, ਜੂਠੇ ਭਾਂਡੇ ਸਾਫ਼ ਕਰ, ਕਿਉਂਕਿ ਤੇਰੇ ਮਨ ਦੇ ਵਿੱਚ ਇੱਕ ਗੁਮਾਨ ਹੈ, ਇੱਕ ਮਾਣ ਹੈ ਵੀ ਮੈਂ ਬੜਾ ਵੱਡਾ ਕਵੀ ਹਾਂ। ਤੇ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ 'ਚ ਗਿਆ ਤੇ ਮੈਨੂੰ ਉਹ 52 ਕਵੀਆਂ ਦੇ ਵਿੱਚੋਂ ਇੱਕ ਕਵੀ ਨਿਯੁਕਤ ਕਰਨਗੇ। ਪਰ ਸਤਿਗੁਰਾਂ ਨੇ ਭਾਈ ਨੰਦ ਲਾਲ ਜੀ ਨੂੰ ਹੁਕਮ ਕੀਤਾ ਵੀ ਤਦ ਤੱਕ, ਜਦ ਤੱਕ ਅਸੀਂ ਨਹੀਂ ਕਹਿੰਦੇ, ਬਸ ਜੂਠੇ ਭਾਂਡਿਆਂ ਦੀ ਸੇਵਾ ਕਰੋ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪ੍ਰਤੀਤ ਹੋਇਆ, ਜਾਣੀ ਜਾਣ ਸਤਿਗੁਰਾਂ ਨੂੰ ਪ੍ਰਤੀਤ ਹੋਇਆ ਵੀ ਇਹਦੇ ਮਨ ਦੀ ਹੁਣ ਹੋਮੇ ਲੱਥ ਗਈ, ਤਾਂ ਫਿਰ ਉਹ ਕਵਿਤਾ ਪੜ੍ਹਨ ਦੀ ਸੇਵਾ ਬਖਸ਼ੀ। ਸੋ ਜਿਹੜੀ ਸੇਵਾ ਕਰਨੀ ਹੈ ਬਹੁਤ ਜ਼ਰੂਰੀ ਹੈ। ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ। ਜਿੱਥੇ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੁਥਰਾ
ਜਿਹੜਾ ਇੱਕ ਛੋਟਾ ਜਿਹਾ ਬੱਚਾ ਸੀ ਜਿਹਨੂੰ ਮਾਪਿਓ ਨੇ ਗੰਦਗੀ ਦੇ ਢੇਰ ਦੇ ਵਿੱਚ ਸੁੱਟ ਦਿੱਤਾ ਸੀ, ਉਹਨੂੰ ਚੁੱਕ ਕੇ ਆਪਣੇ ਗਲੇ ਨਾਲ ਲਾਇਆ ਤੇ ਕਿਹਾ, ਭਾਈ ਇਹ ਕੁਥਰਾ ਨਹੀਂ, ਇਹ ਸੁਥਰਾ। ਜਿਹਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ। ਅਸੀਂ ਜਿਹੜੇ ਗੁਰਦੁਆਰੇ ਆਉਂਦੇ ਨੇ, ਜਿਹੜੇ ਆਉਂਦੇ ਨੇ, ਉਹਨਾਂ ਨੂੰ ਕਿਤੇ ਬਾਹਰ ਤਾਂ ਨਹੀਂ ਸੁੱਟ ਦਿੰਦੇ। ਖਿਆਲ ਰੱਖਿਓ। ਮੂੰਹੋਂ ਤੇ ਅਸੀਂ ਵਾਹਿਗੁਰੂ ਬੋਲ ਸਕਦੇ ਹਾਂ, ਪਰ ਆਪਣੇ ਤਨ ਨਾਲ ਅਸੀਂ ਵਾਹਿਗੁਰੂ ਬੋਲਦੇ ਹਾਂ। ਆਪਣੇ ਭਰਾਵਾਂ ਨੂੰ ਕਿਸ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਸਲੂਕ ਕਰਦੇ ਹਾਂ। ਜੇ ਕੋਈ ਦੂਜੀ ਕੌਮ ਦਾ ਇਨਸਾਨ ਗੁਰਦੁਆਰੇ ਦੇ ਵਿੱਚ ਆਉਂਦਾ, ਉਹਦੇ ਨਾਲ ਸਾਡਾ ਕਿੱਦਾਂ ਦਾ ਤਾਲੁਕਾਤ ਹੁੰਦਾ। ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਦੇ ਕੋਲ ਕੋਈ ਨਾਜਾਇਜ਼ ਵਸਤੂ ਹੁੰਦੀ ਆ, ਪਰ ਉਹਨੂੰ ਕਿਸ ਤਰ੍ਹਾਂ ਪਿਆਰ ਨਾਲ ਅਸੀਂ ਸਮਝਾ ਕੇ ਗੁਰੂ ਦੇ ਚਰਨਾਂ ਕਮਲਾਂ ਨਾਲ ਜੋੜਨਾ, ਇਹ ਇੱਕ ਖੂਬੀ ਹੈ। ਆਪਣੇ ਤਨ ਦੇ ਨਾਲ ਨਾਮ ਜਪਣਾ, ਆਪਣੇ ਭਰਾਵਾਂ ਭੈਣਾਂ ਨਾਲ, ਸੇਵਾਦਾਰਾਂ ਦੇ ਨਾਲ ਪਿਆਰ ਨਾਲ ਬੋਲਣਾ, ਇਹ ਤਨ ਦੇ ਨਾਲ ਨਾਮ ਜਪਣਾ। ਉਹ ਸੱਚਾ ਭੋਜਨ ਹੈ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਤ੍ਰਿਪਤ ਪਈ, ਮੇਰੇ ਮਨ ਦੇ ਵਿੱਚ ਸੰਤੋਖ ਪੈਦਾ ਹੋ ਗਿਆ ਜਦੋਂ ਮੈਂ ਸੱਚਾ ਭੋਜਨ ਛਕਿਆ। ਕਿਹੜਾ ਸੱਚਾ ਭੋਜਨ? ਵਾਹਿਗੁਰੂ ਦਾ ਨਾਮ ਜਪਿਆ ਮਨ ਕਰਕੇ, ਤਨ ਕਰਕੇ ਤੇ ਰਸਨਾ ਕਰਕੇ। ਫਿਰ ਗੁਰੂ ਮਹਾਰਾਜ ਸਾਧ ਸੰਗਤ ਦੀ ਮਹਾਨਤਾ ਦਰਸਾਉਂਦੇ ਨੇ। ਜੀਵਨਾ ਹਰ ਜੀਵਨਾ। ਮਹਾਰਾਜ ਕਹਿੰਦੇ ਉਹ ਜੀਵਨ ਪ੍ਰਵਾਨ ਹੈ ਜਿਹੜਾ ਵਾਹਿਗੁਰੂ ਵਾਸਤੇ ਜੀਆ ਜਾਏ, ਵਾਹਿਗੁਰੂ ਤੋਂ ਕੁਰਬਾਨ ਹੋਏ। ਫਿਰ ਆਪ ਇਤਿਹਾਸ ਦੇ ਪੰਨਿਆਂ ਨੂੰ ਖੋਲ ਕੇ ਦੇਖੋ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਕਿਸੇ ਵੀ ਗੁਰੂ ਨੇ ਕਦੀ ਐਦਾਂ ਨਹੀਂ ਕਿਹਾ ਵੀ ਚਲੋ ਹੁਣ ਥੋੜ੍ਹਾ ਜਿਹਾ ਅਸੀਂ ਆਰਾਮ ਕਰਕੇ ਕੋਈ ਨਾਟਕ ਦੇਖ ਲੈਂਦੇ ਹਾਂ, ਕੋਈ ਮਨੋਰੰਜਨ ਦੇ ਸਾਧਨ ਯੂਜ਼ ਕਰਕੇ, ਪ੍ਰਯੋਗ ਕਰਕੇ ਅਸੀਂ ਮਨ ਨੂੰ ਖੁਸ਼ ਕਰ ਲਈਏ। ਜਿੱਦਾਂ ਹੁਣ ਕਈ ਲੋਕ ਬਹਿ ਕੇ ਵੀਡੀਓ ਦੇਖੀ ਜਾਂਦੇ ਆ, ਹਿੰਦੀ ਮੂਵੀਜ਼, ਪੰਜਾਬੀ ਫਿਲਮਾਂ ਦੇਖੀ ਜਾਂਦੇ ਆ, ਵੀ ਮਨੋਰੰਜਨ ਦਾ ਸਾਧਨ ਆ। ਸਾਧ ਸੰਗਤ ਜੀ, ਜੀਵਨ ਦਾ ਹਰ ਸਵਾਸ ਇੱਕ ਕੀਮਤੀ ਸਵਾਸ ਹੈ। ਅਸੀਂ ਇਹ ਸੋਚਣਾ ਵੀ ਕਿਸ ਤਰ੍ਹਾਂ ਅਸੀਂ ਹਰ ਸਵਾਸ ਨੂੰ ਗੁਰੂ ਦੇ ਲੇਖੇ ਲਾਣਾ, ਕਿਸ ਤਰ੍ਹਾਂ ਹਰ ਸਵਾਸ, ਹਰ ਘੜੀ, ਹਰ ਪਲ ਗੁਰੂ ਦੀ ਸੇਵਾ ਦੇ ਵਿੱਚ ਬੀਤੇ। ਉਹ ਕੰਮ ਕਰੀਏ ਜਿਹਦੇ ਨਾਲ ਸਾਡਾ ਮਨ ਸਾਫ਼ ਹੋਏ ਤੇ ਅਸੀਂ ਹੋਰਨਾਂ ਦੇ ਵੀ ਮਨਾਂ ਨੂੰ ਸਾਫ਼ ਕਰਨ ਯੋਗ ਬਣੀਏ। ਸੋ ਉਹ ਜੀਵਨ ਹੈ ਜਿਹੜਾ ਉਸ ਵਾਹਿਗੁਰੂ ਤੋਂ ਕੁਰਬਾਨ ਹੋ ਜਾਏ। ਜੀਵਨ ਹਰ ਜਪ ਸਾਧ ਸੰਗ, ਤੇ ਹਮੇਸ਼ਾ ਸਾਧ ਸੰਗਤ ਦੇ ਵਿੱਚ ਰਹਿਣਾ। ਸਾਧ ਸੰਗਤ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਹੋਰ ਬੜੇ ਗੁਰਮੁਖ ਪਿਆਰੇ, ਉਹ ਰੂਹਾਂ ਜਿਹੜੀਆਂ ਪਰਮਾਤਮਾ ਨਾਲ ਜੁੜੀਆਂ ਹੁੰਦੀਆਂ, ਐਦਾਂ ਪ੍ਰਤੀਤ ਹੁੰਦਾ ਵੀ ਜਿੱਦਾਂ ਸਾਡੀ ਬੈਟਰੀ ਡਿਸਚਾਰਜ ਹੋਈ ਆ, ਪਰ ਸਾਧ ਸੰਗਤ ਦੇ ਵਿੱਚ ਆ ਕੇ, ਗੁਰਮੁਖਾਂ ਦੀ ਸੰਗਤ ਦੇ ਵਿੱਚ ਆ ਕੇ ਉਹ ਬੈਟਰੀ ਰੀਚਾਰਜ ਹੋ ਜਾਂਦੀ। ਫਿਰ ਜਦੋਂ ਤੁਸੀਂ ਇਕੱਲੇ ਵੀ ਹੁੰਦੇ ਆ ਤੇ ਪਰਮੇਸ਼ਰ ਦੀ ਯਾਦ ਬਣੀ ਰਹਿੰਦੀ ਆ। ਉਹਨੂੰ ਕਹਿੰਦੇ ਵੀ ਅੱਠੇ ਪਹਿਰ ਉਸ ਸਾਧ ਸੰਗਤ ਦੇ ਵਿੱਚ ਰਹਿਣਾ। ਹਾਲਾਂਕਿ ਹੁਣ ਗੁਰਮੁਖ ਪਿਆਰੇ ਤੁਹਾਡੇ ਨਾਲ ਨਹੀਂ ਆਲੇ ਦੁਆਲੇ, ਪਰ ਉਹ ਯਾਦ ਬਣੀ ਰਹੇਗੀ 24 ਘੰਟੇ। ਜਿਹੜਾ ਤੁਸੀਂ ਘੰਟਾ, ਅੱਧਾ ਘੰਟਾ, ਜਿੰਨਾ ਵੀ ਸਮਾਂ ਤੁਸੀਂ ਸਾਧ ਸੰਗਤ ਦੇ ਵਿੱਚ ਗੁਜ਼ਾਰਿਆ, ਗੁਰਮੁਖਾਂ ਦੀ ਸੰਗਤ ਦੇ ਵਿੱਚ ਗੁਜ਼ਾਰਿਆ, ਜਾਂ ਗੁਰਬਾਣੀ ਦੇ ਵਿਚਾਰ ਕਰਕੇ ਗੁਜ਼ਾਰਿਆ, ਉਹ ਸਾਰਾ ਦਿਨ ਉਹਦੀ ਜਿਹੜੀ ਗੂੰਜ ਹੈ ਤੁਹਾਡੇ ਮਨ 'ਚ ਬਣੀ ਰਹਿਣੀ ਚਾਹੀਦੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਵੀ ਅੱਠੇ ਪਹਿਰ ਸਾਧ ਸੰਗਤ ਕਰੋ। ਉੱਠਦਿਆਂ, ਬਹਿੰਦਿਆਂ, ਸੌਂਦਿਆਂ ਉਸ ਪਰਮੇਸ਼ਰ ਦੀ ਯਾਦ ਬਣੀ ਰਹੇ। ਇਹ ਸੱਚੀ ਸਾਧ ਸੰਗਤ ਹੈ। ਅਨੇਕ ਪ੍ਰਕਾਰੀ ਵਸਤਰ ਓਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ।
जिन्हां ने दिन ते रात परमेश्वर का कीर्तन किया, कीर्ति की है, वाहिगुरू के गुण गाए ने। ऐदा मानो पर कई प्रकार के वो वस्त्रां का आनंद मानते हैं। हस्ती रथ अस असवारी, हर का मार्ग हृदय निहारी। जिन्हां दे परमेश्वर के मार्ग ते चलिया, जिन्हां ने गुरु की गल मनी, रहत मर्यादा विच रहिंदे ने, महाराज कहते हैं इस तरह मानो भई वो हाथियां दे रथां दी सवारियां का आनंद मानते हैं। साध संगत जी, एक गुरुद्वारा है अमृतसर ते तरन तारण दे विचकार। उस गुरुद्वारे का नाम है झूलने महल। दास ने दर्शन किए आ। ਉਹਦਾ इतिहास है भई गुरु अर्जन देव जी महाराज साध संगत दे विच विचार करते सन ते एक शाही हाथी लंघिया सवार दे नाल ते सारी संगत उधर दिखन लग पई। वो महाराज ने कहा भी तुसी साध संगत दे विच बैठे हो, साध संगत दे विच बहना, परमात्मा नाल ध्यान जोड़ना, ऐदा मानो भी हाथियां दी, घोड़ियां दी, रथां की सवारी तुसी करदे। पर जे किसी का ध्यान जुड़े, सारी संगत फिर गुरु जी मार तकना शुरू किया संगत ने। सो महाराज ने कहा हुण अकाल पुरख वाहिगुरू नाल बिरती जोड़ो ते ध्यान रखो अकाल पुरख वाहिगुरू की याद का, ते तुसी भी हाथियां दी सवारियां करोगे। वो ऐदा ही होया। साध संगत दे विच बैठ के जो आनंद आंदा वो हाथी की सवारी करके नहीं आउंदा। जो रस शरीर दे विच अकाल पुरख वाहिगुरू दा भरिया होया, घर ही मैं अमृत भरपूर है, मनमुखा साध ना आया, उस अमृत नूं भोग के छक के जो आनंद आंदा वो कारां दी दौड़, कारां दी सवारी दा नहीं आउंदा। उस याद विच गुरु महाराज ने एक कंध बनवाई है गुरुद्वारे च। वो कंध ते साध संगत जी जदों संगत बह जाती है तो जिहड़ा ज्ञानी सिंह है वो अरदास करके कंध नूं ऐदा थोड़ा जिहा धक्का दिंदा, सारी कंध हिलदी है। वो ऐदा प्रतीत होंदा भी हाथी ते बैठे। एक याद है, पर वो एक सानू असूल दी याद कराउंदा भी जदों असी परमेश्वर नाल बिरती जोड़ांगे तो साडे जीवन दे विच कोई घाट नहीं रह जाएगी। मन तन अंतर चरण ते आया, हर सुख निधान नानक दास पाया। जिन्हां ने मन ते तन करके उस परमेश्वर दे चरनां नूं याद किया, भाव गुरबाणी नूं पढ़ के उस ते अमल किया, उन्हां नूं सुखां दा खजाना वाहिगुरू दी होंद, वाहिगुरू दे दर्शन प्राप्त हो गए। हर सुख निधान नानक दास पाया। साध संगत जी, जब तक परमेश्वर के दर्शन नहीं होंदे संतोख की प्राप्ति नहीं होनी। भावें दुनिया के जिन्ने मर्जी पदार्थ पैदा हो जान, भावें 9 खंडा का, पृथ्वी के 9 खंडा का राज भी प्राप्त हो जाए, तां भी सुख प्राप्त नहीं होना बिना परमात्मा के दर्शनों तो। सो अरदास करिए, दर्शन प्यासी दिनस रात, चितवों अंदिन नीत, खोल कपट गुर मेलिया, नानक हर संग मीत। सतगुरु आप जी का सारा दिन सुखाला रखे। अपने समय दे विच गुरु ग्रंथ साहब महाराज की बाणी का एक शब्द लैके जरूर हर रोज़ विचार करिया करो, ताकि श्वास मुकते मुकते एक बारी गुरु महाराज के दर्शन हो जाए संपूर्ण तौर पर। सो महाराज कृपा करन, कुछ समा प्यार दे नाल अंग्रेजी दे विच विचार श्रवण करना जी।
Today's Hukamnama is blessing from Sachkhand Shri Harmandir Sahib. Hukamnama has been blessed in the early hours of the morning from Harmandir Sahib, which is placed in Tan Tan Shri Guru Granth Sahib Ji Maharaj on Ang 684. Tanasri Mahalla Panjwa तृप्त भई सच भोजन खाया मन तन रसना नाम ध्याया Hukamnama is composed by Dhan Dhan Guru Arjan Dev Ji Maharaj, the fifth Satguru, fifth emperor, in Rag Tanasri. Rag Tanasri quietens the mind, creates the cheerful mood. Meaning of Tript is fully content. When you feel that you have everything, you don't need anything else. Tript bhai sach bhojan khaya. By eating the true food, I have become absolutely content. I do not need anything else. What is that true food? Guru Maharaj reveals, Man tan rasana naam aya. Rasana means tongue. With my tongue, I meditate on Almighty Lord. I sing Almighty Lord's praises. Second way of meditation is with your body. So man, tan, rasna. Rasna is tongue, tan means body, and man is mind. So there are three ways of meditation. When we sing Vaheguru's praises, we should feel closer to Vaheguru. So that's where mind meditates. Sometime we just chant Gurbani, recite Gurbani, and our mind is elsewhere. So Guru Maharaj is inspiring us to keep focused on what we are saying. We are praising Vaheguru with our tongue, but our mind should also be focused. Third way of meditation is with our body. Practice what we have just said. There is a beautiful Shabad in Gurbani amongst all amazing Shabads. Kot Brahmand ko Thakur Swami Sarab Jiyan ka Datare. Now my tongue is reciting this Shabad, that Almighty Lord, you are the owner of the millions of galaxies and universes. And you are the only giver to the all living beings. All those living beings which are in the water, some are in the air, those living beings I have no knowledge of. But you are providing sustenance to them as well. You are the giver. After having recited with my tongue, I have to acknowledge that I exist because of your mercy, Almighty Lord. So now I'm meditating with my mind. Third way of meditation. If I'm a Khalsa, I represent Vaheguru, then I need to be the giver. We need to think what I'm doing in my life which will benefit other people. It's no good saying, God, you are the ultimate giver. You are the only giver when I'm not doing anything for anyone. Typical example. Dhan Dhan Guru Hargobind Sahib Maharaj
he adopted a child which was dumped in the rubbish heap. His name was Pai Kuthra. Because he looked very ugly, he had teeth by birth. And Pandits told the parents that this child is very unlucky. So the parents dumped him on the heap of rubbish. And everyone called him Kuthra. Kuthra means ugly. Guru Hargobind Sahib Maharaj, when he heard the cries of this child, he brought him in his own house. And that same child grew up and did so much seva in the Gurukar. He was named as Suthra. Suthra means handsome. Question is, how do we treat each other, our brothers and sisters? We say Vaheguru with our tongue, but do we actually serve other people through our language? Do we talk to them nicely? Do we treat them nicely? If we don't, then with our body we are not meditating. So what we have said with our tongue is not fruitful. That's why Guru Maharaj is inspiring us to meditate with body, with mind, and with the tongue. Guru Tegh Bahadur Sahib Maharaj also reveals, Man bach kram har gun nahi gaye, yeh ji soch dharam. With my mind, with my bachan, with my words, with my karam, with my actions, I haven't sung God's praises. It makes me think, I'm wasting my life. When people from the other communities come to the Gurdwara, how do we treat them? Do we welcome them to the Langar hall, or do we push them away? Maybe some of them have inappropriate stuff with them, but there is a way to talk to people, deal with this situation. By respecting people, accepting people, having tolerance, then we meditate on Almighty Lord with our body. So Guru Maharaj reveals, this is the true life. When you dedicate your life to serve Vaheguru, that is the fruitful life. Otherwise, without service of the Lord, life is wasted. Jivana, Jivana means life. Har Jivana, that life is fruitful, which is lived, spent in the service of God. Jivan har ja prasad sang, but that Jivan, that lifestyle comes from Sat Sangat. You learn from reading Gurbani, because Sat Sangat means company of the holy. All the 10 Gurus are with us in the form of Gurbani. They were the true sadhs, true holy people. When we read Gurbani, contemplate Gurbani, we are doing Sat Sangat. When we sit down with the Gurmukh Pyare, do the Vichar, it's like we recharge our battery. You know, when you have your car battery discharged, you get the jump start. So coming to the Sat Sangat, contemplating upon the Gurbani is like recharging your battery, jump start yourself. But when you are not in their company physically, you are in the memory of Vaheguru. Still you are doing Sat Sangat. We have been asked, every human being should remember Almighty Lord, Creator, 24 hours. Without that, there is no fruit of life. Life is wasted. Anek prakari bastra odaye, andin kirtan hargun gaye. Andin, day and night. Kirtan means praise. The Kirtan word comes from Kirat. Kirat Prabh ki gao meri rasna. Kirat simply means praise. Those who praise Almighty Lord all the time, sing Vaheguru's gun, praises.
They enjoy all the comforts of life, different types of dresses and uniforms. Anak means many times, countless. Prakari means kinds, different varieties. Bastar means dresses. Although, Satsangaji, people who are really connected to Lord, the Creator, they are very simple. I met a Singh. Every day he will wear same bana. And I said, you're wearing the same bana. What's the reason? And the answer was that he has 10 bane, they look the same. The reason is, it saves him a lot of time in the morning. Otherwise, he had to choose one out of 10. But every bana of the 10, out of the 10, looks the same. So he picks up one, wears it. When you are connected to Vaheguru, simplicity comes in your life. You remain content. You are happy with your appearance. Similarly, those who walk on Vaheguru's path, Hasti Rath As Aswari Harka Marag Hriday Nihari. Marag means path. Hriday means heart. Those who acknowledge and practice Vaheguru's true path, they enjoy all types of rides. Rides of elephants, rides of horses and chariots and beautiful cars. It implies there is no shortage in their life. Man tan antar charan te aaya, har sukh nidan Nanak das paya. Those who within their mind meditate on Vaheguru's lotus feet, the Shabad, they will receive the ocean of peace. They will have realization of Vaheguru within their mind. They will get the ultimate peace. There's a little Sakhi I want to share with you. Guru Arjan Dev Ji Maharaj, he was addressing the Sangat. Someone passed by riding an elephant. All the Sangat started looking at the elephant and the rider. Everyone thinks, wish we could ride elephant. Guru Arjan Dev Ji Maharaj reminded them that if you focus on Vaheguru, the pleasures you will get, you are not going to get by riding the horse or riding the elephant or riding the best car. And when Sangat focused, they could feel that pleasure. That Gurdwara is called Chulne Mahal. It's between Amritsar and Taran Taran. In remembrance, there is a big wall. Even today, Sangat sits on the wall and Gyani Singh does the ardas and shakes the wall. It feels like you're riding the elephant. But the idea is, when you connect to Vaheguru, you get all the peace, all the happiness in your life. May Vaheguru keep you in Chardhi Kala. प्यार ना फतेह सांझी करनी जी। वाहिगुरु जी का खालसा, वाहिगुरु जी की फतेह।